ਤੂੰ ਅਥਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਨੇ ਜੋ ਸਾਨੂੰ ਹੁਕਮਨਾਮਾ ਸਾਹਿਬ ਦਿੱਤਾ ਹੈ, ਤਲੰਗ ਬਾਣੀ ਭਗਤਾਂ ਕੀ, ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਕਬੀਰ ਜੀ ਕਹਿੰਦੇ ਨੇ ਕਿ ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਕਈ ਵਾਰੀ ਇਨਸਾਨ ਨੂੰ ਇਸ ਗੱਲ ਦਾ ਬਹੁਤ ਹੰਕਾਰ ਹੋ ਜਾਂਦਾ ਕਿ ਮੇਰਾ ਧਰਮ ਬਹੁਤ ਵੱਡਾ, ਮੇਰਾ ਹੀ ਧਰਮ ਠੀਕ ਆ, ਦੂਜਿਆਂ ਦੇ ਧਰਮ ਗਲਤ ਨੇ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਗਏ, ਉੱਥੇ ਜਿਹੜੇ ਸ਼ਰ੍ਹਾ ਦੇ ਪੱਕੇ ਲੋਕ ਸੀਗੇ, ਜਿਹੜੇ ਹਜੇ ਸ਼ਰ੍ਹਾ ਦੇ ਵਿੱਚ ਹੀ ਫਸੇ ਹੋਏ ਸੀ, ਉਹ ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਪੁੱਛਣ ਖੋਲ ਕਿਤਾਬ ਨੂੰ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬਾਣੀ ਉਹਨਾਂ ਨੂੰ ਆਉਂਦੀ ਉਹ ਲਿਖ ਲੈਂਦੇ ਸੀਗੇ। ਤੇ ਇਸ ਦਾ ਭਾਵ ਕਿ ਇੱਕ ਪੋਥੀ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਹਮੇਸ਼ਾ ਨਾਲ ਰੱਖਿਆ। ਗੁਰਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਲ ਰੱਖਿਆ। ਤੇ ਉਹ ਕਹਿੰਦੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਮੁਸਲਮਾਨ ਕਹਿੰਦੇ ਵੀ ਤੂੰ ਦੱਸ ਵੀ ਮੁਸਲਮਾਨ ਵੱਡਾ ਜਾਂ ਹਿੰਦੂ ਵੱਡਾ ਆ। ਤੇ ਬਾਬੇ ਨੇ ਕਿਹਾ ਕਿ ਬਾਬਾ ਜੀ ਕਹਿੰਦੇ ਭਾਈ ਇਹ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਤਾਂ ਕਹਿੰਦੇ ਅਮਲਾਂ ਦੀ ਆ ਭਾਈ, ਅਮਲ ਠੀਕ ਨੇ ਤਾਂ ਗੱਲ ਠੀਕ ਆ। ਹੁਣ ਜਿਹੜਾ ਇਹ ਹੁਕਮਨਾਮਾ ਸਾਹਿਬ ਮਹਾਰਾਜ ਨੇ ਸਾਨੂੰ ਅੱਜ ਦਿੱਤਾ, ਇੱਕ ਮੁੱਲਾ ਤੇ ਇੱਕ ਕਾਜੀ, ਉਹ ਕਹਿੰਦਾ ਮੇਰਾ ਧਰਮ ਵਧੀਆ, ਉਹ ਕਹਿੰਦਾ ਮੇਰਾ ਧਰਮ ਵਧੀਆ। ਤੇ ਦੋਨੋਂ ਜਾਣੇ ਇਹ ਕਬੀਰ ਜੀ ਕੋਲੇ ਆਏ ਹੋਏ ਆ। ਹੁਣ ਮਤਲਬ ਇਹ ਸ਼ਬਦ 'ਚ ਸ਼ੁਰੂ ਹੋਣ ਤੋਂ ਪਹਿਲਾਂ ਦੋਨੋਂ ਜਾਣੇ ਕਬੀਰ ਜੀ ਨੂੰ ਪੁੱਛਦੇ ਆ। ਉਹ ਕਹਿੰਦਾ ਕਿ ਵੇਦਾਂ ਦੀ ਪੜ੍ਹਾਈ ਕਰਕੇ ਪਰਮਾਤਮਾ ਦੀ ਸਮਝ ਪੈਂਦੀ ਆ, ਉਹ ਕਹਿੰਦਾ ਕਿ ਕਿਤਾਬਾਂ ਦੀ ਪੜ੍ਹਾਈ ਕਰਕੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ, ਭਾਵ ਕਿ ਅੱਲਾ ਦੀ ਪ੍ਰਾਪਤੀ ਹੁੰਦੀ ਆ। ਹੁਣ ਹੁੰਦਾ ਕੀ ਆ, ਕਈ ਵਾਰੀ ਇਨਸਾਨ ਨਾ ਦਿਖਾਵੇ ਲਈ ਬਹੁਤ ਕੁਛ ਕਰਦਾ। ਅੱਜ ਦਾ ਜਿਹੜਾ ਇਨਸਾਨ ਆ ਇਹ ਦਿਖਾਵੇ ਦੇ ਵਿੱਚ ਬਹੁਤ ਪਿਆ ਹੋਇਆ। ਤੇ ਮਹਾਰਾਜ ਕਹਿੰਦੇ, ਕਬੀਰ ਜੀ ਉਹਨਾਂ ਨੂੰ ਕਹਿੰਦੇ ਕਿ ਭਾਈ ਵੇਦ ਕਤੇਬ ਇਫਤਰਾ ਭਾਈ, ਜਿਹੜੇ ਇਹ 4 ਵੇਦ ਨੇ ਤੇ ਕਤੇਬਾਂ ਨੇ ਮੁਸਲਮਾਨਾਂ ਵੀਰਾਂ ਦੀਆਂ, ਇਫਤਰਾ ਭਾਈ। ਇਫਤਰਾ ਦਾ ਮਤਲਬ ਹੁੰਦਾ ਬਈ ਇੱਕ ਤਰ੍ਹਾਂ ਦੇ ਨਾਲ ਜਦੋਂ ਇਨਸਾਨ ਉਸ ਸ਼ਬਦ ਦੇ ਉੱਤੇ ਅਸਰ ਕਰਨ ਦੀ ਬਜਾਏ ਸਿਰਫ ਇੱਕ ਚੁੰਝ ਚਰਚਾ ਦੇ ਵਿੱਚ ਫਸ ਕੇ ਰਹਿ ਜਾਵੇ, ਸਿਰਫ ਦਿਮਾਗੀ ਐਕਸਰਸਾਈਜ਼ ਦੇ ਵਿੱਚ ਫਸ ਕੇ ਰਹਿ ਜਾਵੇ। ਤੇ ਕਬੀਰ ਜੀ ਕਹਿੰਦੇ ਨੇ ਭਾਈ ਜੇ ਤੁਸੀਂ ਇੱਦਾਂ ਕਰਦੇ ਹੋ ਗੱਲਾਂ, ਫਿਰ ਇਹ ਤੁਹਾਨੂੰ, ਤੁਸੀਂ ਅਸਲ ਵਿੱਚ ਇਹਦੇ ਵਿੱਚ ਫਸੇ ਹੋਏ ਹੋ। ਭਾਵ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਮਹਾਰਾਜ ਦੀ ਬਾਣੀ ਕਹਿੰਦੀ ਆ ਕਿ ਭਾਈ ਇਹ ਵੇਦ ਤੇ ਕਤੇਬਾਂ ਨੇ, ਇਹ ਝੂਠੀਆਂ ਨਹੀਂ ਹੈਗੀਆਂ। ਝੂਠਾ ਉਹ ਆ ਜਿਹੜਾ ਇਹਨਾਂ ਨੂੰ ਵਿਚਾਰ ਨਹੀਂ ਕਰਦਾ ਹੈਗਾ। ਮਹਾਰਾਜ ਨੇ ਦੱਸਿਆ ਕਿ ਵੇਦ ਕਤੇਬ ਇਫਤਰਾ ਭਾਈ, ਇਹ ਜਿਹੜੀ ਤੁਸੀਂ ਅਗਿਆਨੀ ਨੌਲੇਜ, ਤੁਸੀਂ ਕੱਲੀ ਨੌਲੇਜ ਇਕੱਠੀ ਕਰੀ ਹੋਈ ਆ ਨਾ, ਕੱਲਾ ਪੜ੍ਹਨ ਦੇ ਨਾਲ ਉਹਦੇ ਉੱਤੇ ਅਸਰ ਨਾ ਕਰਕੇ ਜੀਵਨ ਵਿੱਚ ਲਿਆਉਣ ਤੋਂ ਬਿਨਾਂ ਇਹ ਤੁਹਾਡੀ ਲੜਾਈ ਆ ਜਿਹੜੀ ਹੈ ਨਾ ਭਾਈ, ਇਹ ਤੁਹਾਡੇ ਦਿਲ ਦੇ ਵਿੱਚੋਂ ਫਿਕਰ ਨਹੀਂ ਚੱਕੂਗੀ, ਭਾਵ ਸੰਸਾ ਨਹੀਂ ਚੱਕੂਗੀ, ਭਾਵ ਤੁਹਾਡੇ ਮਨ ਦਾ ਭਰਮ ਨਹੀਂ ਮਿਟਾਊਗੀ ਜਿੱਦਾਂ ਤੁਸੀਂ ਕਰਦੇ ਹੋ, ਜਿਹੜਾ ਕਿ ਅੱਜ ਕੱਲ੍ਹ ਬਹੁਤ ਲੋਕ ਕਰਦੇ ਨੇ, ਬਹੁਤ ਜ਼ਿਆਦਾ ਸੰਗਤ ਕਰਦੀ ਆ। ਇਸ ਕਰਕੇ ਗੁਰਬਾਣੀ ਦੇ ਨਾਲ ਪਿਆਰ ਪਾਉਣ ਦੇ ਲਈ ਉਹਦਾ ਸ਼ਬਦ ਵਿਚਾਰਨਾ ਬਹੁਤ ਜ਼ਰੂਰੀ। ਮਹਾਰਾਜ ਨੇ ਸਾਨੂੰ ਇੱਕ ਹੁਕਮ ਕਰਿਆ ਹੋਇਆ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਜਿਹੜੀ ਬਾਣੀ ਆ ਅਕਾਲ ਪੁਰਖ ਦੀ, ਇਹਨੂੰ ਬਿਰਲਿਆਂ 'ਚ ਹੋ ਕੇ ਇਹਨੂੰ ਵਿਚਾਰ ਕੇ ਪੜ੍ਹ। ਇਹ ਵਿਚਾਰ ਕੇ ਜਦੋਂ ਤੂੰ ਇਹਨੂੰ ਪੜ੍ਹੇਗਾ, ਇਹ ਤੈਨੂੰ ਆਪਦੇ ਨਾਲ ਆਪਦੇ ਵਰਗਾ ਹੀ ਬਣਾ ਲੂਗੀ। ਇਹੋ ਮਨ ਆਰਸੀ ਜੇ ਕੋ ਗੁਰਮੁਖ ਦੇਖੇ। ਫਿਰ ਤੇਰੇ ਵਿੱਚ ਇਹ ਮਨ ਨੂੰ ਦੇਖਣ ਦਾ, ਆਰਸੀ ਹੁੰਦੀ ਆ ਸ਼ੀਸ਼ਾ, ਇਹ ਤੇਰੇ ਅੰਦਰ ਜਿਹੜਾ ਸ਼ੀਸ਼ਾ ਦੇਖਣ ਦੀ ਜਾਚ ਆ ਜਾਊਗੀ ਕਿ ਤੂੰ ਆਪਣੇ ਮਨ ਦਾ ਸ਼ੀਸ਼ਾ ਕਿੱਦਾਂ ਦੇਖਣਾ। ਇਹ ਤੇਰੇ ਮਨ ਦੇ ਸ਼ੀਸ਼ੇ ਨੂੰ ਗੁਰਬਾਣੀ ਭਾਈ ਜਿਹੜੀ ਕਾਲਖ ਲੱਗੀ ਹੋਈ ਆ ਉਹਨੂੰ ਸਾਫ਼ ਕਰ ਦੇਗੀ, ਭਾਵ ਕਿ ਤੈਨੂੰ ਕੰਪਲੀਟ ਤੇਰਾ ਸੋਹਣਾ ਚਿਹਰਾ ਦਿਸਣ ਲਾ ਦੇ ਵੀ ਅਸਲ ਵਿੱਚ ਤੂੰ ਹੈ ਕੀ ਆ। ਵੇਦ ਕਤੇਬ ਇਫਤਰਾ ਭਾਈ, ਦੇਖ ਜੇ ਤੂੰ ਇਹਨਾਂ ਦੇ ਉੱਤੇ ਵਿਚਾਰ ਕਰਕੇ ਪ੍ਰੈਕਟੀਕਲ ਜ਼ਿੰਦਗੀ ਵਿੱਚ ਨਹੀਂ ਚੱਲੇਗਾ
ਤੇਰੇ ਦਿਲ ਦਾ ਫਿਕਰ ਨਹੀਂ ਜਾਊਗਾ। ਹੁਣ ਇਹ ਗੱਲ ਸਾਡੇ ਉੱਤੇ ਵੀ ਐਜ਼ ਇਟ ਇਜ਼ ਲਾਗੂ ਆ। ਇਹ ਨਹੀਂ ਕਿ ਇਹ ਪੰਡਿਤ ਨੂੰ ਅਤੇ ਕਾਜੀ ਦੇ ਉੱਤੇ ਲਾਗੂ ਆ, ਨਾ, ਇਹ ਸਾਡੇ ਦੇ ਉੱਤੇ ਵੀ ਲਾਗੂ ਆ। ਮੈਂ ਇਹਨੂੰ ਪਹਿਲਾਂ ਆਪਦੇ 'ਤੇ ਲਾਗੂ ਲਾਉਣਾ, ਤੁਸੀਂ ਫਿਰ ਆਪਦੇ 'ਤੇ ਲਗਾ ਕੇ ਦੇਖਿਓ ਵੀ ਕੀ ਅਸੀਂ ਗੁਰਬਾਣੀ ਨੂੰ ਪੜ੍ਹਦੇ ਹੋਏ ਵਿਚਾਰ ਕੇ ਪੜ੍ਹਦੇ ਹਾਂ, ਕੀ ਜਿਹੜੀ ਗੱਲ ਅਸੀਂ ਵਿਚਾਰ ਕੇ ਪੜ੍ਹਦੇ ਹਾਂ ਉਹਨੂੰ ਦਿਨ ਵਿੱਚ ਕਮਾਉਣ ਦੀ ਗੱਲ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਮਹਾਰਾਜ ਨੇ ਸਾਨੂੰ ਕੀ ਕਿਹਾ। ਹਾਂਜੀ, ਉਹ ਕਹਿੰਦੇ ਕਿ ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜਾਓ ਕਰੋ। ਟੁੱਕ ਹੁੰਦਾ ਥੋੜ੍ਹੇ ਸਮੇਂ ਲਈ, ਦਮ ਹੁੰਦੀ ਆ ਮਨ ਦੀ ਬਿਰਤੀ ਨੂੰ ਇਕਾਗਰ ਕਰਨਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਮਨ ਨੂੰ ਇਕਾਗਰ ਕਰਨਾ। ਟੁੱਕ ਦਮ ਹੁੰਦਾ ਜਿਹੜਾ ਸਵਾਸ ਆ ਰਿਹਾ, ਸਾਹ ਆ ਰਿਹਾ। ਮਹਾਰਾਜ ਕਹਿੰਦੇ ਨੇ ਕਿ ਟੁੱਕ ਦਮ ਕਰਾਰੀ ਜਾਓ ਕਰੋ। ਕਰਾਰੀ ਦਾ ਮਤਲਬ ਬਣ ਗਿਆ ਕਿ ਜਿਹੜੀ ਆਪਣੀ ਮਨ ਦੀ ਬਿਰਤੀ ਆ, ਮਾਇਆ ਦੇ ਵਿੱਚ, ਵਿਚਾਰਾਂ ਦੇ ਵਿੱਚ ਭੱਜ ਕੇ ਜਾਂਦੀ ਆ, ਉਹਨੂੰ ਸਟਾਪ ਕਰੇਗਾ ਜੇ ਤੂੰ। ਅਤੇ ਜਦੋਂ ਤੂੰ ਉਹਨੂੰ ਸਟਾਪ ਕਰਕੇ ਜਪੇਂਗਾ ਤੇ ਹਾਜ਼ਰ ਹਜ਼ੂਰ ਖੁਦਾਏ, ਆਪਦੇ ਮਨ ਦੀ ਬਿਰਤੀ ਨੂੰ ਸਟਾਪ ਕਰਕੇ ਪਰਮਾਤਮਾ ਦਾ ਨਾਮ ਜਪਣਾ ਕਰੇਗਾ ਦਮ ਦੇ ਵਾਸਤੇ। ਪਰਮਾਤਮਾ ਨੂੰ ਹਾਜ਼ਰ ਹਜ਼ੂਰ, ਅਕਾਲ ਪੁਰਖ ਨੂੰ, ਅੱਲਾ ਨੂੰ, ਰਾਮ ਨੂੰ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਜਪੇਂਗਾ। ਉਹ ਕਹਿੰਦੇ ਨੇ ਹਜ਼ੂਰ ਖੁਦਾਏ, ਉਹ ਤੇਰੇ ਨਾਲ ਉਸੇ ਵਕਤ ਪ੍ਰਗਟ ਹੋ ਜਾਊਗਾ ਪਰਮਾਤਮਾ। ਬਾਣੀ ਦਾ ਬਹੁਤ ਵੱਡਾ ਫੈਸਲਾ ਜਿਹੜਾ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿੱਚ ਆ। ਟੁੱਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ। ਅਤੇ ਫਿਰ ਜਦੋਂ ਤੂੰ ਟੁੱਕ ਕਰੇਂਗਾ, ਦਮ ਕਰੇਂਗਾ, ਕਰਾਰੀ ਕਰੇਂਗਾ, ਮਨ ਦੀ ਬਿਰਤੀ ਨੂੰ ਰੋਕੇਂਗਾ ਨਾ, ਤਾਂ ਉਹਦੇ ਵਿੱਚ ਇੱਕ ਬਿਊਟੀ ਹੋਣੀ ਆ, ਉਹਦੇ ਵਿੱਚ ਇੱਕ ਖੂਬਸੂਰਤੀ ਹੈਪਨ ਹੋਣੀ ਆ। ਬੰਦੇ ਖੋਜ ਦਿਲ ਹਰ ਰੋਜ਼, ਜਦੋਂ ਤੇਰੀ ਬਿਰਤੀ ਅੰਦਰ ਨੂੰ ਜਾਊਗੀ, ਮਨ ਤੇਰਾ ਅੰਤਰੀਵ ਨੂੰ ਜਾਊਗਾ, ਤੇਰੀ ਸੁਰਤ ਅੰਦਰ ਵੱਲ ਨੂੰ ਜਾਊਗੀ, ਅਤੇ ਦੇਖੇਗਾ ਉੱਥੇ ਕੀ ਤਮਾਸ਼ਾ ਲੱਗਿਆ ਪਿਆ। ਉਰਜ ਰਹਿਓ ਵਿਖਿਆ ਕੇ ਸ਼ੰਗਾ, ਇਹ ਜਿਹੜਾ ਤੇਰਾ ਮਨ ਆ ਨਾ ਵਿਖਿਆ ਦੇ ਵਿੱਚ ਉਲਝਿਆ ਪਿਆ, ਤੈਨੂੰ ਪਤਾ ਲੱਗੂ। ਕਦੋਂ ਪਤਾ ਲੱਗੂ? ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾ ਟੁੱਕ ਦਮ, ਇੱਕ ਦਮ ਲਈ, ਕੁਝ ਸਮੇਂ ਲਈ ਇਕਾਗਰ ਚਿੱਤ ਹੋ ਕੇ ਤੂੰ ਕੀ ਜਪੇਂਗਾ? ਵਾਹਿਗੁਰੂ 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 ਵਾਹਿਗੁਰੂ। ਜਿਹੜੀਆਂ ਅੰਮ੍ਰਿਤ ਵੇਲੇ ਦੀਆਂ ਕਿਰਨਾਂ ਨੇ, ਅੰਮ੍ਰਿਤ ਵੇਲੇ ਦਾ ਸੁਭਾਅ ਆ, ਉਹਨੇ ਤੇਰੇ ਉੱਤੇ ਵਰਸਣਾ ਆ, ਮਿਹਰ ਨੇ ਵਰਸਣਾ ਆ, ਅਤੇ ਤੈਨੂੰ ਪਤਾ ਲੱਗਣਾ ਉਰਜ ਰਹਿਓ, ਇਹ ਤਾਂ ਫਸਿਆ ਪਿਆ, ਵਿਖਿਆ ਦੇ ਵਿੱਚ ਫਸਿਆ ਪਿਆ ਹੈ ਨਾ। ਮਨ ਦਾ ਸੁਭਾਅ ਮਹਾਰਾਜ ਫਿਰ ਅੰਦਰ ਦਾ ਦੱਸਦੇ ਨੇ, ਕਹਿੰਦੇ ਉਰਜ ਰਹਿਓ ਵਿਖਿਆ ਕੈ ਸੰਗਾ, ਮਨ ਹੈ ਵਿਆਪਤ ਅਨੰਤ ਤਰੰਗਾ। ਕਿੱਡੇ ਕਲੇਸ਼ ਚੱਲ ਰਹੇ ਨੇ ਮਨ ਦੇ ਵਿੱਚ, ਕਿੱਡੀ ਲੜਾਈ ਚੱਲ ਰਹੀ ਆ ਮਨ ਦੇ ਵਿੱਚ, ਕਿੰਨੇ ਦੈਂਤ ਬੈਠੇ ਨੇ ਮਨ ਦੇ ਵਿੱਚ, ਅਤੇ ਮਨ ਦੇ ਵਿੱਚ ਕਿੰਨਾ ਸਿਆਪਾ ਪਿਆ, ਕਿੰਨਾ ਕਲੇਸ਼ ਪਿਆ। ਮਨ ਹੈ ਵਿਆਪਤ ਅਨੇਕ ਤਰੰਗਾ, ਅਨੇਕਾਂ ਤਰੰਗਾਂ ਵਾਪਰ ਰਹੀਆਂ ਨੇ, ਅਤੇ ਮੋਹ ਮਗਨ ਮੈਂ ਰਹਿਆ ਵਿਆਪੈ, ਇਹ ਤਾਂ ਮੋਹ ਦੇ ਵਿੱਚ ਮਗਨ ਹੋਇਆ ਪਿਆ, ਅਤੇ ਇਹਨੂੰ ਤਾਂ ਕੋਈ ਮਰਨ ਦੀ ਚਿੰਤਾ ਹੀ ਨਹੀਂ ਹੈਗੀ। ਮਹਾਰਾਜ ਕਹਿੰਦੇ ਫਿਰ ਜਦੋਂ ਤੂੰ ਅੰਦਰ ਨੂੰ ਜਾਏਗਾ ਤੈਨੂੰ ਪਤਾ ਲੱਗੂਗਾ ਅਤ ਤ੍ਰਿਸ਼ਨਾ ਕਬਹੂ ਨਾ ਤਰਾਪੈ। ਇਹ ਜਿਹੜੀ ਤ੍ਰਿਸ਼ਨਾ ਇਹ ਵੱਧਦੀ ਜਾ ਰਹੀ ਆ, ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਆ ਹੋਰ ਵੱਧਦੀ ਜਾ ਰਹੀ ਆ, ਵਾਸ਼ਨਾਵਾਂ ਤੇਰੀਆਂ ਹੋਰ ਵੱਧਦੀਆਂ ਜਾ ਰਹੀਆਂ ਨੇ। ਇਹ ਪਤਾ ਲੱਗੂਗਾ, ਕਦੋਂ ਪਤਾ ਲੱਗੂਗਾ? ਟੁੱਕ ਦਮ ਕਰਾਰੀ ਜਾਓ ਕਰੋ। ਮਹਾਰਾਜ ਕਹਿੰਦੇ ਤੂੰ ਇੱਕ ਵਾਰੀ ਟੁੱਕ ਦਮ ਕਰਕੇ ਦੇਖ, ਤੈਨੂੰ ਲੱਗੂ ਪਤਾ ਕਿ ਵਸਾਏ ਕ੍ਰੋਧ ਸਰੀਰ ਚੰਡਾਰਾ। ਇਹ ਤੇ ਚੰਡਾਲ ਹੋਇਆ ਪਿਆ ਅੰਦਰ, ਇਹਨੇ ਤੇ ਚੰਡਾਲਾਂ ਵਾਲਾ ਧਾਨਕ ਰੂਪ ਧਾਰਨ ਕਰਿਆ ਪਿਆ ਮਨ ਨੇ। ਇਹ ਤ੍ਰਿਸ਼ਨਾ ਨੇ ਇੰਨਾ ਕੁ ਕ੍ਰੋਧ ਹਿਰਦੇ ਵਿੱਚ ਪੈਦਾ ਕੀਤਾ ਪਿਆ ਕਿ ਇਹਨੇ ਮੇਰਾ ਹਿਰਦਾ ਜਲਾਇਆ ਪਿਆ, ਮੇਰਾ ਦਿਲ ਜਲਾਇਆ ਪਿਆ, ਉਹਨੇ ਮੇਰਾ ਸਰੀਰ ਜਲਾਇਆ ਪਿਆ। ਸਵੇਰ ਤੋਂ ਹੀ ਕ੍ਰੋਧ ਆ ਕੇ ਬਹਿ ਜਾਂਦਾ ਦਰਵਾਜ਼ੇ ਦੇ ਮੂਹਰੇ, ਹੈ ਨਾ। ਵਸਾਏ ਕ੍ਰੋਧ ਸਰੀਰ ਚੰਡਾਰਾ
ਅਗਿਆਨ ਨਾ ਸੂਝੇ ਮਹਾਂ ਗਵਾਰਾ, ਬਲਕਿ ਅਗਿਆਨ ਹੋਰ ਹਨੇਰਾ ਇਕੱਠਾ ਕਰਨ ਨੂੰ ਲੱਗਿਆ ਪਿਆ। ਅਗਿਆਨ ਹੋਰ ਹਨੇਰੇ ਦੇ ਵਿੱਚ ਫਸਦਾ ਜਾ ਰਿਹਾ। ਅਗਿਆਨ ਨਾ ਸੂਝੇ ਮਹਾਂ ਗਵਾਰਾ, ਅੰਦਰ ਤੇ ਗੁਬਾਰ ਬਣਿਆ ਪਿਆ, ਕੁਛ ਹੱਥ ਮਾਰੇ ਤੋਂ ਨਹੀਂ ਦਿਸਦਾ। ਦੇਖੀ ਕਰਕੇ ਦੇਖੀ, ਤੈਨੂੰ ਪਤਾ ਲੱਗੂ। ਮਹਾਰਾਜ ਕਹਿੰਦੇ ਟੁੱਕ ਦਮ, ਇੱਕ ਦਮ ਲਈ ਕਰਾਰੀ ਤੇ ਬਿਰਤੀ ਕਰਕੇ ਜਦੋਂ ਅੰਦਰ ਦੇਖੇਗਾ ਨਾ, ਪਤਾ ਲੱਗੂ ਤੈਨੂੰ ਕਿ ਆਹ ਕੁਛ ਅੰਦਰ ਪਿਆ ਪਿਆ ਕਲੇਸ਼ ਇਹਦੇ ਵਿੱਚ, ਹੈ ਨਾ। ਭ੍ਰਮਤ ਵਿਆਪਤ ਜਰੈ ਕਿਵਾਰਾ, ਜਿਹੜਾ ਭਰਮ ਆ ਉਹ ਛਾਇਆ ਪਿਆ, ਭਰਮੀ ਭਰਮ ਛਾਇਆ ਪਿਆ, ਅਤੇ ਜ਼ਿੰਦਗੀ ਵਿੱਚ ਕੋਈ ਉੱਦਮ ਕਰਨ ਦਾ ਕੋਈ ਹੌਸਲਾ ਹੀ ਨਹੀਂ ਆ ਰਿਹਾ ਹੈਗਾ। ਜਿਹਾ ਜਿਹਾ ਜੀਵਨ ਆ ਉਹਨੂੰ ਹੋਰ ਨਰਕ ਬਣਾਈ ਜਾ ਰਿਹਾ ਹਰ ਰੋਜ਼। ਇਹ ਜਾਣ ਨਾ ਪਾਈਐ ਪ੍ਰਭ ਦਰਬਾਰਾ, ਦੇਖ ਇਹਨੇ ਕਦੇ ਵੀ ਪਰਮਾਤਮਾ ਦੇ ਰਸਤੇ 'ਤੇ ਨਹੀਂ ਚੱਲਣਾ। ਤੈਨੂੰ ਪਤਾ ਲੱਗੂ ਇਹ ਗੱਲ, ਕਦੋਂ ਪਤਾ ਲੱਗੂਗੀ? ਟੁੱਕ ਦਮ ਕਰਾਰੀ ਜੋ ਕਰੋ ਬੰਦੇ ਖੋਜ ਦਿਲ ਹਰ ਰੋਜ਼, ਜਦੋਂ ਤੂੰ ਰੋਜ਼ ਦਿਲ ਦੇ ਵਿੱਚ ਜਾਏਗਾ। ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੈ ਫਿਰਤ ਬੇਗਾਨਾ। ਹੋਵੇ ਘਰ ਦਾ ਮਾਲਕ, ਹੋਵੇ ਰਾਜਾ, ਤੇ ਫਿਰਦਾ ਭਿਖਾਰੀਆਂ ਦੀ ਤਰ੍ਹਾਂ ਹੋਵੇ। ਗੁਰਬਾਣੀ 'ਚ ਮਨ ਨੂੰ ਇਹ ਵੀ ਕਿਹਾ ਹੋਇਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਤੂੰ ਆਪਣਾ ਮੂਲ ਪਛਾਣ। ਪਰ ਇਹ ਮਨ ਹੁਣ ਭਿਖਾਰੀਆਂ ਦੀ ਤਰ੍ਹਾਂ, ਕਿਉਂਕਿ ਇਹਨੇ ਪਰਮਾਤਮਾ ਨੂੰ ਭੁਲਾ ਦਿੱਤਾ ਆ, ਇਸ ਕਰਕੇ ਮਹਿਲ ਨਾ ਪਾਵੈ ਫਿਰਤ ਬੇਗਾਨਾ। ਗੁਰਬਾਣੀ ਆਵਾਜ਼ਾਂ ਮਾਰਦੀ ਆ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। ਦੇਖ, ਜਦੋਂ ਕੋਈ ਬੰਦਾ ਪਰਦੇਸ ਦੇ ਵਿੱਚ ਹੋਵੇ ਨਾ, ਤਾਂ ਉੱਥੇ ਉਹਦਾ ਦਿਲ ਨਹੀਂ ਲੱਗਦਾ ਹੁੰਦਾ, ਇਸੇ ਕਰਕੇ ਤੂੰ ਦੁਖੀ ਹੁੰਦਾ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਕਿਸ ਪੈ ਖੋਲੋਂ ਗੰਠੜੀ ਦੁਖੀ ਭਰ ਆਇਆ। ਜਿਹਦੇ ਨਾਲ ਵੀ ਗੱਲ ਕਰਕੇ ਦੇਖਦੇ ਹਾਂ, ਹਰੇਕ ਦੁਖੀ ਹੋਇਆ ਪਿਆ, ਹਰੇਕ ਦੁਖੀ ਹੋਇਆ ਪਿਆ। ਮਹਾਰਾਜ ਕਹਿੰਦੇ ਇਹ ਤਾਂ ਦੁੱਖ ਵਿਆਪੇ ਹੋਏ ਨੇ ਕਿਉਂਕਿ ਅਸੀਂ ਆਪਣੀ ਗੁਰਬਾਣੀ ਦੇ ਘਰ ਵਿੱਚ ਨਹੀਂ ਹੈਗੇ, ਅਸੀਂ ਸਾਡੇ ਗੁਰੂ ਦੇ ਘਰ ਵਿੱਚ ਨਹੀਂ, ਸਾਡਾ ਮਨ ਗੁਰੂ ਦੇ ਚਰਨਾਂ ਵਿੱਚ ਨਹੀਂ ਹੈਗਾ। ਸਗਲ ਵਿਆਦ ਕੈ ਬਸ ਕਰ ਦੀਨਾ, ਜਿੰਨੀਆਂ ਬਿਮਾਰੀਆਂ ਨੇ ਇਸ ਮਨ ਨੂੰ ਲੱਗੀਆਂ ਹੋਈਆਂ ਨੇ। ਫਿਰਤ ਪਿਆਸ ਜਿਉਂ ਜਲ ਬਿਨ ਮੀਨਾ, ਹੋਵੇ ਸਮੁੰਦਰ ਦੇ ਵਿੱਚ ਤੇ ਪਰ ਪਿਆਸਾ ਰਹੇ, ਹੈ ਨਾ। ਕਬੀਰ ਜੀ ਕਹਿੰਦੇ ਕਿ ਬੰਦੇ ਖੋਜ ਦਿਲ ਹਰ ਰੋਜ਼ ਖੋਜ ਦਿਲ, ਜਿਚਰ ਇਹੋ ਮਨ ਲਹਿਰੀ ਵਿੱਚ ਹੈ। ਲਹਿਰੀ ਵਿੱਚ ਭਾਵ ਵਾਸ਼ਨਾ ਵਿੱਚ ਆ, ਭਾਵ ਸੰਸਾਰਕ ਤਰੰਗਾਂ ਦੇ ਵਿੱਚ ਆ। ਜਿਚਰ ਜਿੰਨਾ ਚਿਰ ਤੱਕ ਇਹ ਮਨ ਲਹਿਰੀ ਵਿੱਚ ਹੈ। ਹਉਮੈ ਬਹੁਤ ਹੰਕਾਰ, ਇਹਦਾ ਹੰਕਾਰ ਵੱਧਦਾ ਜਾਣਾ। ਤੇ ਭਾਈ ਧਿਆਨ ਰੱਖੀ ਇਸ ਗੱਲ ਦੀ, ਤੇ ਸਬਦੈ ਸਾਧ ਨਾ ਆਵਈ, ਇਹਨੂੰ ਪਰਮਾਤਮਾ ਦੀ ਬਾਣੀ ਵਿੱਚ ਕੋਈ ਸਵਾਦ ਨਹੀਂ ਆਉਣਾ ਹੈਗਾ। ਨਾਮ ਨਾ ਲੱਗੈ ਪਿਆਰ, ਇਹਦੇ ਹਿਰਦਾ ਇਹਨੂੰ ਨਾਮ ਨਾਲ ਪਿਆਰ ਵੀ ਨਹੀਂ ਲੱਗਣਾ ਹੈਗਾ, ਕਿਉਂਕਿ ਇਹ ਲਹਿਰੀ ਵਿੱਚ ਆ। ਸੇਵਾ ਥਾਏ ਨਾ ਪਵਈ ਤਿਸਕੀ ਖਪ ਹੋਏ ਖਵਾਰ, ਜਿਹੜੀ ਇਹ ਉੱਪਰੀ ਜੀ ਕਦੇ ਪਾਠ ਕਰਦਾ ਕਦੇ ਸੇਵਾ ਕਰਦਾ, ਇਹ ਖਪਣ ਵਰਗੀ ਉਹ ਗੱਲ ਆ। ਤੇ ਮਹਾਰਾਜ ਨੇ ਸਾਨੂੰ ਬੜਾ ਪਿਆਰਾ ਦੱਸਣਾ ਕੀਤਾ ਕਿ ਬੰਦੇ ਖੋਜ ਦਿਲ ਹਰ ਰੋਜ਼, ਜਦੋਂ ਹਰ ਰੋਜ਼ ਇਹਨੂੰ ਖੋਜਦਾ ਰਹੇਗਾ, ਹਰ ਰੋਜ਼ ਉੱਠ ਕੇ ਜਪਦਾ ਰਹੇਗਾ, ਤਾਂ ਤੈਨੂੰ ਇੱਕ ਗੱਲ ਦੀ ਸਮਝ ਲੱਗੂਗੀ ਕਿ ਜਿਹੜੀ ਇਸ ਮਨ ਵਿੱਚ ਨਾ ਤ੍ਰਿਸ਼ਨਾ ਵਿਆਪੀ ਹੋਈ ਆ, ਹੰਕਾਰ ਕ੍ਰੋਧ ਚੰਡਾਲ ਵਿਆਪਿਆ ਹੋਇਆ ਭਾਈ, ਇਹ ਇੱਕੋ ਗੱਲ ਨਾਲ ਠੀਕ ਹੋ ਸਕਦੇ ਆ। ਸਾਚਾ ਨਾਮ ਸਲਾਹੀ ਹੈ, ਸਾਚੇ ਤੇ ਤ੍ਰਿਪਤ ਹੋਏ। ਸੱਚੇ ਪਰਮਾਤਮਾ ਦੇ ਨਾਮ ਨਾਲ ਲੱਗਣ 'ਤੇ ਹੀ ਤੇਰੇ ਮਨ ਵਿੱਚ ਸੁੱਖ ਵਸੇਗਾ, ਸੁੱਖ ਆਏਗਾ। ਗਿਆਨ ਰਤਨ ਮਨ ਮਾਂਜੀਐ, ਇਹ ਜਿਹੜੀ ਇਹਨੂੰ ਮੈਲ ਲੱਗੀ ਹੋਈ ਆ, ਗਿਆਨ ਦੇ ਰਤਨ ਨਾਲ, ਗੁਰੂ ਦੇ ਗਿਆਨ ਨਾਲ ਇਸ ਮਨ ਨੂੰ ਮਾਂਜੇਗਾ। ਬਹੁੜ ਨਾ ਮੈਲਾ ਹੋਏ, ਦੁਬਾਰਾ ਇਹ ਮੈਲਾ ਨਹੀਂ ਹੋਊਗਾ। ਜਬ ਲੱਗ ਸਾਹਿਬ ਮਨ ਵਸੈ, ਤਬ ਲੱਗ ਬਿਘਨ ਨਾ ਹੋਏ। ਜਿਹੜਾ ਹੁਣ ਇਹ ਬਿਘਨਾਂ ਦੇ ਵਿੱਚ ਫਸਿਆ ਹੋਇਆ ਭਾਈ, ਇਹ ਬਿਘਨਾਂ ਤੋਂ ਮੁਕਤ ਹੋ ਜਾਏਗਾ। ਆਤਮ ਆਰਾਮ ਪ੍ਰਗਾਸ ਗੁਰ ਤੇ ਹੋਵੇ। ਗੁਰੂ ਦੇ ਸ਼ਬਦ ਦੀ ਕੀਮਤ ਪਤਾ ਲੱਗੇਗੀ। ਕਦੋਂ ਲੱਗੇਗੀ? ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਹਨੂੰ ਖੋਜੇਗਾ। ਟੁੱਕ ਦਮ, ਟੁੱਕ ਥੋੜ੍ਹੇ ਸਮੇਂ ਲਈ ਦਮ ਨੂੰ, ਮਨ ਨੂੰ, ਚਿੱਤ ਨੂੰ ਇਕਾਗਰ ਕਰਕੇ ਜਪੇਗਾ, ਵਾਹਿਗੁਰੂ 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 ਵਾਹਿਗੁਰੂ।
पता लगेगा। की पता लगेगा? आत्म राम प्रगास गुर ते होवै। ਇਹ ਸੁੱਤਾ ਹੋਇਆ ਮਨ ਭਾਈ ਜਾਗੂਗਾ ਤੇਰਾ। ਜਿਹੜਾ ਹੁਣ ਪਰੇਸ਼ਾਨੀਆਂ ਕਰਦਾ ਨਾ, ਫਿਰ ਇਹ ਪਰੇਸ਼ਾਨੀਆਂ ਚਲੀਆਂ ਜਾਣਗੀਆਂ ਮਨ ਦੇ ਵਿੱਚੋਂ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈਲ ਲਾਗੀ ਗੁਰ ਸ਼ਬਦੀ ਧੋਵੈ ਖੋਵੈ। ਗੁਰੂ ਦੇ ਸ਼ਬਦ ਦੇ ਨਾਲ ਇਹ ਜਿਹੜੀ ਮੈਲ ਆ ਇਹ ਤੇਰੀ ਲਹੇਗੀ। ਮਨ ਨਿਰਮਲ ਅਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਜਦੋਂ ਇਹਨੂੰ ਖੋਜੇਗਾ ਹਾਜ਼ਰ ਹਜ਼ੂਰ ਖੁਦਾਏ ਕਰਕੇ, ਤਾਂ ਇਹ ਜਿਹੜੀਆਂ ਪਰੇਸ਼ਾਨੀਆਂ ਨੇ ਨਾ ਇਹ ਦੂਰ ਚਲੀਆਂ ਜਾਣਗੀਆਂ ਅਤੇ ਤੇਰੀ ਜ਼ਿੰਦਗੀ ਦੇ ਵਿੱਚ ਬਲਿਸ ਆ ਜਾਣਾ। ਅਤੇ ਦੂਜੀ ਗੱਲ ਧਿਆਨ ਰੱਖੀ ਵੀਰ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀਂ। ਦਸਤ ਹੁੰਦੇ ਆ ਹੱਥ ਅਤੇ ਗੀਰੀ ਹੁੰਦੀ ਆ ਪਕੜਨਾ। ਸਿਹਰ ਹੁੰਦਾ ਜਾਦੂਗਰ ਦਾ ਤਮਾਸ਼ਾ, ਜਾਦੂਗਰ ਦਾ ਮੇਲਾ। ਇਹ ਜੋ ਦੁਨੀਆ ਸਿਹਰ ਮੇਲਾ, ਇਹ ਇੱਕ ਮੇਲਾ ਆ ਭਰਾਵਾ, ਧਿਆਨ ਰੱਖੀ। ਇੱਥੇ ਤੈਨੂੰ ਬਾਂਹ ਫੜ ਕੇ ਕਿਸੇ ਨੇ ਨਹੀਂ ਰੱਖਣਾ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀਂ, ਇੱਥੇ ਤੈਨੂੰ ਕਿਸੇ ਨੇ ਪਕੜ ਕੇ ਨਹੀਂ ਰੱਖਣਾ। ਧਿਆਨ ਰੱਖੀ। ਮਿਟੇ ਪਸਤੀਓਂ ਸੇ ਨਿਸ਼ਾਨ ਕੈਸੇ ਕੈਸੇ, ਫਨਾ ਹੋ ਗਏ ਪਹਿਲਵਾਂ ਕੈਸੇ ਕੈਸੇ। ਇੱਕ ਪਲ ਕੋ ਜਰਾ ਤੁਮ ਜੇ ਸੋਚੋ, ਜਮੀ ਖਾ ਗਈ ਨੌਜਵਾਨ ਕੈਸੇ ਕੈਸੇ। ਇਹ ਜਿਹੜੀ ਦੁਨੀਆ ਸਿਹਰ ਮੇਲਾ ਆ, ਇਹਦੇ ਵਿੱਚ ਸਿਰਫ ਇੱਕੋ ਇੱਕ ਚੀਜ਼ ਤੇਰੀ ਆ, ਉਹ ਹੈਗਾ ਵਾਹਿਗੁਰੂ ਦਾ ਨਾਮ। ਜਿਹੇ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਧਿਆਨ ਰੱਖੀ ਗੱਲ ਨੂੰ। ਇਹ ਦੁਨੀਆ ਦੇ ਵਿੱਚ ਕੋਈ ਨਾਲ ਨਹੀਂ ਜਾਣਾ, ਤੇਰੇ ਨਾਲ ਤੇਰਾ ਵਾਹਿਗੁਰੂ ਦਾ ਨਾਮ ਜਾਣਾ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਧਿਆਨ ਰੱਖੀ। ਇਹ ਦੁਨੀਆ ਦੇ ਵਿੱਚ ਕੋਈ ਤੇਰੀ ਬਾਂਹ ਫੜਨ ਵਾਲਾ ਨਹੀਂ, ਬਾਂਹ ਫੜਨ ਵਾਲਾ ਇੱਕ ਪਰਮਾਤਮਾ ਦਾ ਨਾਮ ਆ। ਅਤੇ ਅੱਜ ਜੋ ਕਬੀਰ ਜੀ ਨੇ ਬੜਾ ਪਿਆਰਾ ਸਾਨੂੰ ਸ਼ਬਦ ਦਿੱਤਾ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅਤੇ ਮੈਨੂੰ ਸੁਰਜੀਤ ਪਾਤਰ ਜੀ ਦੀ ਇੱਕ ਬੜੀ ਪਿਆਰੀ ਲਾਈਨ ਯਾਦ ਆ ਗਈ। ਉਹ ਕਹਿੰਦੇ ਕਿ ਆਦਮੀ ਉਤਰੇ ਮਨ ਵਿੱਚ ਗਹਿਰਾ, ਬਹੁਤ ਜ਼ਰੂਰੀ ਹੈ ਦਿੰਦਾ ਰਹੇ ਆਤਮਾ ਦੇ ਬੂਹੇ 'ਤੇ ਪਹਿਰਾ। ਬਹੁਤ ਜ਼ਰੂਰੀ ਹੈ। ਸਾਡਾ ਜਿਹੜਾ ਮਨ ਆ ਇਹ ਇੱਕ ਖੋਜ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਲੱਗਾਂਗੇ, ਖੋਜ ਨਾਲ ਜੁੜਾਂਗੇ, ਤਾਂ ਇਹ ਮਨ ਦੇ ਵਿੱਚੋਂ ਪਰਮਾਤਮਾ ਵੀ ਖੋਜਿਆ ਜਾਊਗਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਅਤੇ ਮਹਾਰਾਜ ਸਾਨੂੰ ਇਸ ਮਨ ਨੂੰ ਖੋਜਣ ਦੀ ਗੱਲ ਕਰਦੇ ਆ। ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ ਕਿ ਅੱਜ ਦਾ ਜਿਹੜਾ ਸਾਡਾ ਦਿਨ ਆ ਉਹ ਖੋਜ ਵਿੱਚ ਲੰਘੇ, ਉਹ ਸਾਡੇ ਆਪਦੇ ਆਪ ਦੀ ਖੋਜ ਵਿੱਚ ਲੰਘੇ। ਕਿ ਜਿਹੜਾ ਸ਼ਬਦ ਮੇਰੇ ਮੂੰਹ ਵਿੱਚੋਂ ਆ ਰਿਹਾ, ਜਿਹੜਾ ਮੈਂ ਬੋਲ ਰਿਹਾ, ਕੀ ਮੈਂ ਖੁਦਾ ਨੂੰ ਨੇੜੇ ਜਾਣ ਕੇ ਬੋਲ ਰਿਹਾ, ਕੀ ਮੈਂ ਰੱਬ ਨੂੰ ਨੇੜੇ ਜਾਣ ਕੇ ਬੋਲ ਰਿਹਾ। ਅਤੇ ਜਿਹੜੀ ਨਿਗਾਹ ਨਾਲ ਮੈਂ ਹੁਣ ਕਿਸੇ ਨੂੰ ਦੇਖ ਰਿਹਾ, ਕਿਸੇ ਪਰਾਏ ਤਨ ਨੂੰ ਦੇਖ ਰਿਹਾ, ਕਿਸੇ ਪਰਾਏ ਧਨ ਨੂੰ ਦੇਖ ਰਿਹਾ, ਕੀ ਮੈਂ ਪਰਮਾਤਮਾ ਨੂੰ ਨੇੜੇ ਜਾਣ ਕੇ ਦੇਖ ਰਿਹਾ। ਜਿਹੜੀ ਗੱਲ ਮੈਂ ਗੰਦੀ ਸੁਣ ਰਿਹਾ ਅਤੇ ਜਿਹੜੀ ਗੱਲ ਮੈਂ ਕਿਸੇ ਦੀ ਬੁਰਿਆਈ ਸੁਣ ਰਿਹਾ, ਕੀ ਮੈਂ ਪਰਮਾਤਮਾ ਨੂੰ ਨੇੜੇ ਜਾਣ ਕੇ ਸੁਣ ਰਿਹਾ। ਅਤੇ ਜਿਹੜੇ ਕਰਮ ਮੈਂ ਹੱਥ ਦੇ ਨਾਲ ਕਰ ਰਿਹਾ, ਕੀ ਇਹ ਕਰਮ ਜਿਹੜੇ ਮੈਂ ਹੱਥ ਨਾਲ ਕਰ ਰਿਹਾ ਹੈ ਪਰਮਾਤਮਾ ਨੂੰ ਨੇੜੇ ਜਾਣ ਕੇ ਕਰ ਰਿਹਾ। ਅਤੇ ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਉਹਨੂੰ ਨੇੜੇ ਜਾਣ ਕੇ ਕਰੇਗਾ ਨਾ, ਤੇਰੀ ਕੋਈ ਪਰੇਸ਼ਾਨੀ ਨਹੀਂ ਰਹੂਗੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰਮਾਤਮਾ ਕਰੇ ਸਾਡਾ ਦਿਨ ਅੱਜ ਪਰੇਸ਼ਾਨੀਆਂ ਤੋਂ ਮੁਕਤ ਹੋਵੇ ਅਤੇ ਗੁਰਦੇਵ ਜੀ ਕਿਰਪਾ ਕਰਨ ਅਸੀਂ ਅੱਜ ਦਾ ਦਿਨ ਪਰਮਾਤਮਾ ਨੂੰ ਹਾਜ਼ਰ ਹਜ਼ੂਰ ਖੁਦਾਏ ਕਰਕੇ ਜਾਣੀਏ ਅਤੇ ਅੱਜ ਦਾ ਦਿਹਾੜਾ ਅਸੀਂ ਖੁਸ਼ੀ ਦੇ ਨਾਲ ਕੱਢੀਏ। ਜਿਹੜੇ ਸ਼ਬਦ ਅਸੀਂ ਮੂੰਹੋਂ ਬੋਲੀਏ ਉਹ ਸ਼ਬਦ ਦੂਜੇ ਦੇ ਲਈ, ਦੂਜੇ ਨੂੰ ਐਨਰਜੀ ਦੇਣ ਵਾਲੇ ਹੋਣ, ਦੂਜੇ ਨੂੰ ਊਰਜਾ ਦੇਣ ਵਾਲੇ ਹੋਣ, ਦੂਜੇ ਨੂੰ ਉੱਚਾ ਚੁੱਕਣ ਵਾਲੇ ਹੋਣ, ਦੂਜੇ ਨੂੰ ਡਿੱਗੇ ਹੋਏ ਇਨਸਾਨ ਦੇ ਵਿੱਚ ਜਾਨ ਪਾਉਣ ਵਾਲੇ ਹੋਣ। ਸਾਡੀ ਦ੍ਰਿਸ਼ਟੀ ਦੇ ਵਿੱਚ ਪਿਆਰ ਹੋਵੇ, ਸਾਡੀ ਦ੍ਰਿਸ਼ਟੀ ਦੇ ਵਿੱਚ ਕਿਸੇ ਦੇ ਲਈ ਮੁਹੱਬਤ ਹੋਵੇ, ਸਾਡੇ ਹੱਥਾਂ ਦੇ ਵਿੱਚ ਤਾਕਤ ਹੋਵੇ ਕਿ ਕਿਸੇ ਨੂੰ ਡਿੱਗੇ ਹੋਏ ਨੂੰ ਉੱਚਾ ਚੁੱਕ ਸਕੀਏ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पाते अबर न तेरी पाते।